ਡੀਅਰ ਕੈਂਡੀਡੇਟਸ, ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਪੰਜਾਬ ਸਰਕਾਰ ਨੇ ਇਸ ਵਾਰ ਦੇ ਟੈਟ ਨੂੰ ਲੈ ਕੇ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ, ਉਹਨਾਂ ਗਾਈਡਲਾਈਨਸ ਨੂੰ ਅਸੀਂ ਇਸ ਵੀਡੀਓ ਦੇ ਵਿੱਚ ਧਿਆਨਪੂਰਵਕ ਦੇਖਾਂਗੇ ਤੇ ਜਿਹੜੀਆਂ ਜ਼ਰੂਰੀ ਗੱਲਾਂ ਨੇ ਅਸੀਂ ਉਹਨਾਂ ਨੂੰ ਨੋਟ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਟੈਟ ਨੂੰ ਲੈ ਕੇ ਜਿਹੜੀ ਪਹਿਲੀ ਗਾਈਡਲਾਈਨਸ ਹੈ ਉਹ ਹੈ ਐਨੀ ਰੈਜ਼ੀਡੈਂਟ ਆਫ ਇੰਡੀਆ ਕੈਨ ਅਪੀਅਰ ਇਨ ਦਾ ਪੇਪਰ ਆਫ ਟੈਟ। ਕੋਈ ਵੀ ਭਾਰਤੀ PTET 1 ਔਰ 2 ਦਾ ਪੇਪਰ ਦੇ ਸਕਦਾ ਹੈ, ਬਸ਼ਰਤੇ ਕਿ ਉਹ ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ। The following persons shall be eligible for appearing in TET। ਕਿਹੜੇ TET ਦੇ ਪੇਪਰ ਦੇਣ ਦੇ ਯੋਗ ਹਨ? A person who has acquired the academic and professional qualification specified in the NCTE notification dated 23 ਅਗਸਤ 2010 23 ਅਗਸਤ 2010 ਦੀਆਂ ਜਿਹੜੀਆਂ ਗਾਈਡਲਾਈਨਸ ਨੇ NCTE ਦੀਆਂ, ਉਹਦੇ ਅਕੋਰਡਿੰਗ ਜਿਹੜਾ ਪਰਸਨ ਟੈਟ ਨੂੰ ਦੇਣ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਡਿਸਾਈਡ ਕੀਤੀ ਗਈ ਹੈ ਉਹ ਪੂਰੀ ਕਰ ਚੁੱਕਿਆ ਹੈ, ਉਹ ਟੈਟ ਦਾ ਪੇਪਰ ਦੇ ਸਕਦਾ ਹੈ। 2 ਪੁਆਇੰਟ ਦੇ ਅੰਦਰ ਹੀ ਸੈਕਿੰਡ ਜਿਹੜਾ ਇਹਦਾ ਸਬ ਹੈਡਿੰਗ ਹੈ, ਅ ਪਰਸਨ ਹੂ ਇਜ਼ ਪਰਸੂਇੰਗ, ਜਿਹੜਾ ਡਿਗਰੀ ਜਾਂ ਕੋਰਸ ਕਰ ਰਿਹਾ ਹੈ, ਐਨੀ ਉਹਦਾ ਟੀਚਰ ਐਜੂਕੇਸ਼ਨ ਕੋਰਸ, ਟੀਚਰ ਐਜੂਕੇਸ਼ਨ ਦਾ ਕੋਰਸ ਕਰ ਰਿਹਾ ਹੈ। ਕਿੱਥੋਂ ਕਰ ਰਿਹਾ ਹੈ? ਰਿਕੋਗਨਾਈਜ਼ਡ ਬਾਏ ਦਾ NCET। ਜਿਹੜਾ NCET ਹੈ ਉਹ ਤੋਂ ਰਿਕੋਗਨਾਈਜ਼ ਜਿਹੜਾ ਹੈ ਯੂਨੀਵਰਸਿਟੀ ਹੈ ਜਾਂ ਕਾਲਜ ਹੈ ਉੱਥੋਂ ਕਰ ਰਿਹਾ ਹੈ ਐਜ਼ ਅ ਕੇਸ ਮੇ specified in the NCTE notification dated 23 ਅਗਸਤ 2010। ਮਤਲਬ ਜਿਹੜਾ ਵੀ ਕੈਂਡੀਡੇਟ 2 ਸਾਲਾ B.Ed ਔਰ ETT ਕਰ ਰਿਹਾ ਹੈ, ਉਹਨੇ ਪਹਿਲੇ ਸਾਲ ਦੇ ਪੇਪਰ ਭਾਵ ਕਿ 2 ਸਮੈਸਟਰਾਂ ਦੇ ਪੇਪਰ, ਜੇਕਰ ਤੁਹਾਡੇ ਸਮੈਸਟਰ ਵਾਈਜ਼ ਨੇ 2 ਸਮੈਸਟਰਾਂ ਦੇ ਪੇਪਰ ਦਿੱਤੇ ਹਨ, ਦੇ ਚੁੱਕਿਆ ਹੈ ਤੇ ਉਹ ਤੀਸਰੇ ਸਮੈਸਟਰ 'ਚ ਬੈਠਾ ਹੈ, ਉਹ ਕੈਂਡੀਡੇਟ PTET ਦਾ ਪੇਪਰ ਦੇਣ ਦੇ ਯੋਗ ਹੈ। ਤੀਸਰਾ ਪੁਆਇੰਟ ਹੈ ਦਾ TET paper is taken by the department as per the direction guidelines of the NCTE। NCTE ਦੀਆਂ guidelines ਦੇ ਅਕੋਰਡਿੰਗ ਡਿਪਾਰਟਮੈਂਟ ਨੇ ਜਿਹੜਾ ਹੈ ਡਿਪਾਰਟਮੈਂਟ ਪੇਪਰ ਲੈਂਦਾ ਹੈ। The paper is taken by the department as per the directions। ਜੋ ਗਾਈਡਲਾਈਨਸ NCTE ਦੀਆਂ ਜਾਰੀ ਹੁੰਦੀਆਂ ਹਨ ਉਹਦੇ ਅਕੋਰਡਿੰਗ ਹੀ ਟੈਟ ਦਾ ਪੇਪਰ ਕੰਡਕਟ ਕੀਤਾ ਜਾਂਦਾ ਹੈ। Following new subjects in addition of social science or mathematics have been added in the paper 2024 in paper 2। ਡੀਅਰ ਕੈਂਡੀਡੇਟਸ, ਹੁਣ ਜਿਹੜਾ ਪੇਪਰ 1 ਹੈ ਉਹ ਤਾਂ ਕੋਮਨ ਹੈ ਕਿ ਉਹ ਸਾਰਿਆਂ ਦਾ ETT ਵਾਲਿਆਂ ਦਾ ਹੋਵੇਗਾ, ਈਵਨ ਕਈ B.Ed ਵਾਲੇ ਵੀ ਇਸ ਪੇਪਰ ਨੂੰ ਦਿੰਦੇ ਹਨ। ਪਰ ਇੱਥੇ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਇਸ ਵਾਰ ਨੇ ਜਿਹੜੀਆਂ 5900 ਕੁਝ ਪੋਸਟਾਂ ਪੰਜਾਬ ਸਰਕਾਰ ਨੇ ਕੱਢੀਆਂ ਸੀ, ਉਹਦੇ ਵਿੱਚੋਂ ਹਾਈ ਕੋਰਟ ਨੇ B.Ed ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਆਊਟ ਕਰ ਦਿੱਤਾ ਸੀ। ਪਰ ਉਸ ਤੋਂ ਪਹਿਲਾਂ B.Ed ਦੇ ਜਿਹੜੇ ਕੈਂਡੀਡੇਟ ਸੀ ਉਹ ਐਜ਼ ETT ਟੀਚਰ ਜੁਆਇਨ ਕਰ ਚੁੱਕੇ ਸੀਗੇ ਪਿਛਲੀਆਂ ਪੋਸਟਾਂ ਦੇ ਵਿੱਚ। ਜਿਹੜੀਆਂ ਕੋਰਟ ਦਾ ਜਿਹੜਾ ਡਿਸੀਜਨ ਸੀ ਉਹਦੇ ਵਿੱਚ ETT ਦੇ ਟੀਚਰਸ ਦੀਆਂ ਜਿਹੜੀਆਂ ਪੋਸਟਾਂ ਸੀ 5900 ਸਮਥਿੰਗ, ਉਹਦੇ ਵਿੱਚੋਂ ETT ਕੈਂਡੀਡੇਟ ਜਿਹੜੇ ਨੇ ਉਹ ਅਪੀਅਰ ਹੋਏ ਸੀ ਤੇ B.Ed ਵਾਲਿਆਂ ਨੂੰ ਕੋਰਟ ਨੇ ਬਾਹਰ ਕਰਤਾ ਸੀ। ਫਿਰ ਇਹ ਹੁਣ ਜਿਹੜਾ ਹੈ B.Ed ਕੈਂਡੀਡੇਟ ਨੇ ਡਿਸਾਈਡ ਕਰਨਾ ਕਿ ਉਹਨੇ ਪੇਪਰ 1 ਦੇਣਾ ਹੈ ਜਾਂ ਨਹੀਂ ਦੇਣਾ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਾਈਡਲਾਈਨਸ ਕੋਰਟ ਦੀਆਂ ਜਾਂ ਡਿਪਾਰਟਮੈਂਟ ਦੀਆਂ ਆਉਂਦੀਆਂ ਹਨ ਪੇਪਰ 1 ਨੂੰ ਲੈ ਕੇ ਤੇ ਉਹਦੇ ਨਾਲ ਸੰਬੰਧਿਤ ਪੋਸਟਾਂ ਨੂੰ ਲੈ ਕੇ, ਇਹ ਸਮਾਂ ਹੀ ਨਿਰਧਾਰਿਤ ਕਰੇਗਾ। ਹੁਣ ਜਿਹੜਾ ਪੇਪਰ 2 ਹੈ ਉਹਦੇ ਵਿੱਚੋਂ ਜਿਹੜਾ ਕੋਮਨ ਪਾਰਟ ਹੈ ਉਹ ਤਾਂ ਸਾਰਿਆਂ ਲਈ ਕੋਮਨ ਹੀ ਹੈ। ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਹਿਲਾਂ ਜਿਹੜਾ PTET 2 ਸੈਕਿੰਡ ਪੇਪਰ ਸੀ ਉਹ 2 ਲੈਵਲ 'ਤੇ ਹੁੰਦਾ ਸੀ, ਇੱਕ ਸਾਇੰਸ ਮੈਥ ਦੇ ਟੀਚਰਾਂ ਲਈ ਹੁੰਦਾ ਸੀ, ਇੱਕ ਸੋਸ਼ਲ ਸਾਇੰਸ ਦੇ ਟੀਚਰਾਂ ਲਈ ਹੁੰਦਾ ਸੀ। 2 ਸਬਜੈਕਟ ਉਹਦੇ ਵਿੱਚ ਪਾਰਟ ਹੁੰਦੇ ਸੀ। ਤੇ ਹੁਣ ਜਿਹੜਾ ਇਹ PTET ਪੇਪਰ 2 ਹੈ ਇਹਨੂੰ ਜਿਹੜਾ ਹੈ ਡਿਪਾਰਟਮੈਂਟ ਨੇ, ਸਰਕਾਰ ਨੇ ਅੱਗੇ ਇਹਦੇ ਵਿੱਚ ਕਈ ਸਬਜੈਕਟ ਐਡ ਕਰ ਦਿੱਤੇ ਨੇ, ਭਾਵ ਕਿ ਕਿਹੜੇ ਸਬਜੈਕਟ ਨੇ? ਫਾਰ ਆਰਟ ਐਂਡ ਕਰਾਫਟ ਟੀਚਰ, ਜਿਹਨੇ ਆਰਟ ਅਤੇ ਕਰਾਫਟ ਟੀਚਰ ਬਣਨ ਦੇ ਲਈ ਜੋ ਵੀ ਸ਼ਰਤਾਂ ਨੇ, ਜੋ ਵੀ ਕੋਰਸ ਆ ਉਹ ਕੀਤਾ ਹੈ, ਉਹਦੇ ਲਈ ਪੇਪਰ 2 ਦੇ ਵਿੱਚ, ਜਿਹਨੂੰ ਕਿ ਅਸੀਂ ਅੱਗੇ ਚੱਲ ਕੇ ਹੋਰ ਸਮਝਾਂਗੇ ਅਗਲੀ ਵੀਡੀਓ ਦੇ ਵਿੱਚ, ਉਹ ਆਪਾਂ ਦੇਖਾਂਗੇ। ਜਿਹੜੇ ਆਰਟ ਅਤੇ ਕਰਾਫਟ ਦਾ ਕੋਈ ਡਿਪਲੋਮਾ ਜਾਂ ਕੋਰਸ ਕੀਤਾ ਹੈ ਉਹਦੇ ਲਈ ਆਰਟ ਅਤੇ ਕਰਾਫਟ ਦਾ ਅਲੱਗ ਤੋਂ ਵਿਭਾਗ ਨੇ ਸਬਜੈਕਟ ਜਿਹੜਾ ਹੈ ਉਹ ਨਿਰਧਾਰਿਤ ਕੀਤੇ ਨੇ ਕਿ ਉਹਨਾਂ ਦਾ ਜਿਹੜਾ ਪੇਪਰ ਹੈ ਟੈਟ ਦਾ ਪੇਪਰ 2 ਦਾ, ਉਹਦੇ ਲਈ ਕਿਹੜੇ ਉਹਨਾਂ ਦੇ ਸਬਜੈਕਟ ਦੇ ਟੌਪਿਕ ਹੋਣਗੇ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਫਿਜ਼ੀਕਲ ਐਜੂਕੇਸ਼ਨ ਟੀਚਰ ਦੇ ਲਈ ਵੀ ਪੇਪਰ 2 ਦੇ ਵਿੱਚ ਅਲੱਗ ਤੋਂ ਉਹਨਾਂ ਦਾ ਪੋਰਸ਼ਨ ਹੋਏਗਾ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਹੋਮ ਸਾਇੰਸ ਹੈ, ਹੋਮ ਸਾਇੰਸ ਟੀਚਰ ਦੇ ਲਈ ਹੋਮ ਸਾਇੰਸ ਦੇ ਜਿਹੜੇ ਟੌਪਿਕਸ ਨੇ ਉਹ ਐਡ ਨੇ, ਉਹਨਾਂ ਦੇ ਲਈ ਸੋਸ਼ਲ ਸਾਇੰਸ ਜਾਂ ਮੈਥ ਦਾ ਕੰਪੋਨੈਂਟ ਜਿਹੜਾ ਹੈ ਉਹ ਪੇਪਰ ਦਾ ਪਾਰਟ ਨਹੀਂ ਹੋਵੇਗਾ। ਉਰਦੂ ਟੀਚਰ ਦੇ ਲਈ ਉਰਦੂ ਦਾ ਪੇਪਰ 2 ਹੋਵੇਗਾ, ਜਿਹਦੇ ਵਿੱਚ ਜਿੱਥੇ ਇੱਕ ਪਾਸੇ ਜਿਹੜੇ ਸਟਾਰਟਿੰਗ ਵਾਲੇ ਅਸੀਂ ਦੇਖਦੇ ਹਾਂ ਉਹ ਕੰਪੋਨੈਂਟ ਹੋਣਗੇ, ਨਾਲ ਹੀ ਜਿਹੜਾ ਹੈ ਉਹਨਾਂ ਦੇ ਸਬਜੈਕਟ ਦਾ SS ਤੇ ਸਾਇੰਸ ਦੀ ਥਾਂ ਤੇ ਉਹਨਾਂ ਦੇ ਸਬਜੈਕਟ ਦਾ ਜਿਹੜਾ ਹੈ ਕੰਪੋਨੈਂਟ ਹੋਏਗਾ ਤੇ ਉਹਦੇ ਟੌਪਿਕ ਜਿਹੜੇ ਨੇ ਉਹ ਡਿਸਾਈਡ ਕੀਤੇ ਗਏ ਨੇ।
ਇਸੇ ਤਰ੍ਹਾਂ ਮਿਊਜ਼ਿਕ ਟੀਚਰ ਦੇ ਲਈ ਹੈ, ਇਸੇ ਤਰੀਕੇ ਦੇ ਨਾਲ ਸੰਸਕ੍ਰਿਤ ਟੀਚਰ ਦੇ ਲਈ ਹੈ, ਤੇ ਜਿਹੜੇ ਫॉर ਐਨੀ ਅਦਰ ਟੀਚਰ। ਹੁਣ ਜਿਹੜੇ ਉੱਪਰ ਦਿੱਤੇ ਗਏ ਟੀਚਰਸ ਨੇ ਉਹਨਾਂ ਤੋਂ ਇਲਾਵਾ ਜੇ ਕੋਈ ਹੋਰ ਵੀ ਵਿਸ਼ੇ ਦਾ ਟੀਚਰ ਹੈ ਤਾਂ ਉਹਦੇ ਕੋਲ ਸਿਰਫ ਦੋ ਜਿਹੜੀਆਂ ਨੇ ਟਰਮ ਬਚਦੀਆਂ ਨੇ, ਇੱਕ ਸੋਸ਼ਲ ਸਾਇੰਸ ਦੀ ਬਚਦੀ ਹੈ ਤੇ ਇੱਕ ਮੈਥ ਔਰ ਸਾਇੰਸ ਦੀ ਬਚਦੀ ਹੈ। ਜਿੱਥੇ ਵੀ ਉਹ ਫਿਟ ਹੋਏਗਾ ਉਹਨੂੰ ਪਤਾ ਲੱਗ ਜਾਏਗਾ ਤਾਂ ਉਹ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਪੇਪਰ ਦੇਵੇਗਾ। ਤੇ ਇਸ ਤਰੀਕੇ ਦੇ ਨਾਲ ਇਸ ਵਾਰ ਪੰਜਾਬ ਗੌਰਮੈਂਟ ਨੇ ਨਵੇਂ ਜਿਹੜੇ ਸਬਜੈਕਟ ਨੇ ਉਹ PTET 2 ਦੇ ਵਿੱਚ ਸ਼ਾਮਲ ਕੀਤੇ ਨੇ। ਹੁਣ ਉਸ ਤੋਂ ਬਾਅਦ ਹੈ ਨੋ ਸਪੈਸੀਫਿਕ ਮਿਨੀਮਮ ਔਰ ਮੈਕਸਿਮਮ ਏਜ ਲਿਮਿਟ ਇਜ਼ ਪ੍ਰਸਕ੍ਰਾਈਬ ਬਾय ਦ ਕੈਂਡੀਡੇਟ। ਕੋਈ ਘੱਟੋ ਘੱਟ ਜਾਂ ਵੱਧ ਤੋਂ ਵੱਧ ਉਮਰ ਜਿਹੜੀ ਹੈ ਉਹ ਡਿਸਾਈਡ ਕੈਂਡੀਡੇਟ ਵਾਸਤੇ ਨਹੀਂ ਕੀਤੀ ਗਈ ਹੈ। 6ਵਾਂ ਪੁਆਇੰਟ ਹੈ ਫੀਸ ਸਟਰਕਚਰ ਦਾ। ਹੁਣ ਦੇਖੋ 2024 ਦਾ ਜਿਹੜਾ PTET ਹੈ ਉਹਦਾ ਫੀਸ ਸਟਰਕਚਰ ਕਿਸ ਤਰੀਕੇ ਦੇ ਨਾਲ ਹੈ। ਜਿਹੜੇ ਤਾਂ OBC ਦੇ ਕੈਂਡੀਡੇਟ ਨੇ, ਜਨਰਲ OBC ਓਨਲੀ ਫॉर ਪੰਜਾਬ ਨਾਲ ਸੰਬੰਧਿਤ ਨੇ, ਉਹਨਾਂ ਦੀ PTET 1 ਦੀ ਫੀਸ ਹੈ 1000, ਪੇਪਰ 2 ਦੀ ਹੈ 1000। ਜੇ ਉਹਨੇ ਦੋਨੇ ਪੇਪਰ ਦੇਣੇ ਨੇ ਤਾਂ 2000 ਫੀਸ ਹੈ, 2000 ਰੁਪਇਆ ਫੀਸ ਹੈ। SC ST ਡਿਫਰੈਂਟਲੀ ਏਬਲਡ ਓਨਲੀ ਫॉर ਪੰਜਾਬ, ਉਹਨਾਂ ਦੀ ਫੀਸ 500 ਰੁਪਏ ਹੈ ਪੇਪਰ 1 ਦੀ, ਪੇਪਰ 2 ਦੀ 500 ਹੈ, ਦੋਨਾਂ ਦੀ 1000 ਰੁਪਇਆ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਐਕਸ ਸਰਵਿਸਮੈਨ ਹੈ ਪੰਜਾਬ ਦਾ, ਉਹਦੇ ਲਈ ਜਿਹੜੀ ਫੀਸ ਹੈ ਉਹ ਨੀਲ ਹੈ, ਉਹਦੀ ਕੋਈ ਫੀਸ ਨਹੀਂ ਹੈ। ਦੋਨੇ ਪੇਪਰ ਵੀ ਉਹ ਦੇਗਾ ਤਾਂ ਉਹਦੀ ਕੋਈ ਫੀਸ ਨਹੀਂ ਹੋਵੇਗੀ। ਅਦਰ ਸਟੇਟ ਜਿਹੜੇ ਦੂਜੀ ਸਟੇਟਾਂ ਨੇ ਫॉर ਆਲ ਕੈਟੇਗਰੀਜ਼, ਸਾਰੀਆਂ ਕੈਟੇਗਰੀਆਂ ਦੇ ਪੇਪਰ 1 ਦੀ ਫੀਸ 1000 ਹੈ, ਪੇਪਰ 2 ਦੀ 1000 ਹੈ, ਦੋਨਾਂ ਦੀ 2000 ਰੁਪਇਆ ਫੀਸ ਨਿਰਧਾਰਿਤ ਕੀਤੀ ਗਈ ਹੈ। If dependent of ex-serviceman, then the fee shall be paid as per category listed above to which he or she belong। ਜੇ ex-serviceman candidate dependent ਹੈ ਫਿਰ ਉਹ ਫੀਸ ਪੇ ਕਰੇਗਾ, ਜਿਹੜੀ ਵੀ ਕੈਟੇਗਰੀ ਦੇ ਵਿੱਚ ਉਹ ਫਾਲ ਕਰਦਾ ਹੈ ਉਹਨੇ ਉਹੀ ਫੀਸ ਫਿਰ ਦੇਣੀ ਹੋਏਗੀ। ਜੇ ਅਗਲਾ ਜਿਹੜਾ 7 ਨੰਬਰ ਪੁਆਇੰਟ ਹੈ, a candidate can register his or her email ID or mobile number only once। ਜਦੋਂ ਤੁਸੀਂ ਅਪਲਾਈ ਕਰਨਾ ਹੈ ਆਪਣੀ ਈਮੇਲ ਆਈਡੀ ਤੇ ਮੋਬਾਈਲ ਨੰਬਰ ਇੱਕ ਵਾਰ ਹੀ ਤੁਸੀਂ ਜਿਹੜਾ ਹੈ ਉਹਦੇ ਵਿੱਚ ਰਜਿਸਟਰ ਕਰ ਸਕੋਗੇ। After successful registration, candidate shall log in using email ID and proceed to next। ਆਪਣੀ ਮੇਲ ਆਈਡੀ ਭਰ ਕੇ ਉਹਨੂੰ next ਤੁਸੀਂ proceed ਕਰ ਸਕੋਗੇ। Step 2 fill basic details ਦੇ ਜਿਹੜੀਆਂ ਕੀ ਨੇ, upload photo or signature। ਤੁਸੀਂ ਆਪਣੀ ਫੋਟੋ ਤੇ ਸਿਗਨੇਚਰ ਜਿਹੜੇ ਹੈ ਉਹ ਜਿਹੜੇ ਹੈ ਆਪਣੇ ਸਕੈਨ ਕਰਕੇ ਆਪਣੇ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਪਾ ਕੇ ਰੱਖਣੇ ਹਨ। ਫਿਲ ਅਕੈਡਮਿਕ ਡਿਟੇਲਸ, ਫਿਲ ਟੈਸਟ ਡਿਟੇਲਸ, ਆਪਣੀਆਂ ਅਕੈਡਮਿਕ ਡਿਟੇਲਸ, ਟੈਸਟ ਡਿਟੇਲਸ, ਕੈਂਡੀਡੇਟ ਪ੍ਰੀਵਿਊ ਔਰ ਫੀ ਐਂਡ ਫਾਈਨਲੀ ਪੇ ਦਾ ਫੀ। ਇਹ ਵਾਲਾ ਜਿਹੜਾ ਕੰਪੋਨੈਂਟ ਹੈ ਤੁਸੀਂ ਆਲਰੇਡੀ ਫਿਲ ਕਰ ਚੁੱਕੇ ਹੋਵੋਗੇ। ਕੈਂਡੀਡੇਟ ਮਸਟ ਗਿਵ ਹਿਜ਼ ਔਰ ਹਰ ਓਨ ਈਮੇਲ ਐਂਡ ਮੋਬਾਈਲ ਨੰਬਰ। ਤੁਹਾਨੂੰ ਆਪਣੀ ਮੋਬਾਈਲ ਨੰਬਰ ਤੇ ਆਪਣੀ ਆਈਡੀ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੇ ਕੋਈ ਵੀ ਜਿਹੜਾ ਹੈ ਕਰੰਟ ਤੁਹਾਨੂੰ ਮੈਸੇਜ ਕੁਛ ਆਇਆ ਹੋਵੇਗਾ ਤਾਂ ਤੁਹਾਨੂੰ ਤੁਹਾਡੇ ਤੱਕ ਉਹ ਸਮੇਂ ਸਿਰ ਪਹੁੰਚ ਸਕੇਗਾ। ਦੇਅਰ ਵਿਲ ਬੀ ਯੂਜ਼ ਫॉर ਫਰਦਰ ਕੋਰਸਪੋਂਡੈਂਸ। ਕਿਸੇ ਵੀ ਨਿੱਜੀ ਜਿਹੜਾ ਹੈ ਤੁਹਾਡੇ ਨਾਲ ਸੰਪਰਕ ਸਥਾਪਿਤ ਕਰਨ ਦੇ ਲਈ ਉਹਦੀ ਬਹੁਤ ਲੋੜ ਪਵੇਗੀ। A candidate can apply in one category only। ਤੁਸੀਂ ਸਿਰਫ ਇੱਕ ਹੀ ਕੈਟੇਗਰੀ ਦੇ ਵਿੱਚ ਆਪਣੀ ਅਪਲਾਈ ਕਰ ਸਕੋਗੇ। A candidate may apply for both paper 1 and 2 subject to fulfillment of educational qualification। ਤੁਹਾਡੀ ਕੁਆਲੀਫਿਕੇਸ਼ਨ ਦੇ ਨਾਲ ਹੀ ਡਿਸਾਈਡ ਹੋਏਗਾ ਕਿ ਤੁਸੀਂ ਪੇਪਰ 1 ਦੇਣਾ ਹੈ ਜਾਂ ਪੇਪਰ 2 ਦੇਣਾ ਹੈ ਜਾਂ ਦੋਨੇ ਪੇਪਰ ਦੇਣੇ ਹਨ। ਐਂਡ ਐਲੀਜੀਬਿਲਿਟੀ ਕ੍ਰਾਈਟੇਰੀਆ ਐਸ ਪ੍ਰਸਕ੍ਰਾਈਬਡ ਬਾਈ ਦਾ NCTE। NCTE ਦੇ ਦੁਆਰਾ ਜਿਹੜਾ ਐਲੀਜੀਬਿਲਿਟੀ ਦਾ ਕ੍ਰਾਈਟੇਰੀਆ ਹੈ ਉਹ ਡਿਸਾਈਡਡ ਹੈ ਫਰੋਮ ਟਾਈਮ ਟੂ ਟਾਈਮ। ਉਹ ਡਿਸਾਈਡ ਕੀਤਾ ਜਾਂਦਾ ਹੈ 23 ਅਗਸਤ 2010 ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਲੇਟੈਸਟ ਨੇ। ਐਪਲੀਕੇਸ਼ਨ ਫਾਰਮ ਫਾਰ ਅ ਪੇਪਰ ਇਜ਼ ਕੰਪਲੀਟ ਓਨਲੀ ਆਫਟਰ ਸਕਸੈਸਫੁਲ ਫੀ ਪੇਮੈਂਟ। ਜਦੋਂ ਤੱਕ ਤੁਸੀਂ ਫੀ ਪੇਮੈਂਟ ਨਹੀਂ ਕਰ ਦਿੰਦੇ ਉਦੋਂ ਤੱਕ ਤੁਹਾਡਾ ਫਾਰਮ ਫਿਲ ਕੰਪਲੀਟ ਨਹੀਂ ਮੰਨਿਆ ਜਾਏਗਾ। ਇਹ ਤੁਸੀਂ ਆਲਰੇਡੀ ਕਰ ਚੁੱਕੇ ਹੋਵੋਗੇ। 11 ਨੰਬਰ ਪੁਆਇੰਟ ਹੈ, ਅ ਕੈਂਡੀਡੇਟ ਸ਼ੁੱਡ satisfy his or own eligibility before applying and shall be personally responsible in case he or she is not eligible to apply as per the given eligibility criteria। ਤੁਸੀਂ ਪਹਿਲਾਂ ਹੀ ਆਪਣੀਆਂ ਕੁਆਲੀਫਿਕੇਸ਼ਨ ਜਿਹੜਾ ਹੈ ਦੇਖ ਚੁੱਕੇ ਹੋਵੋਗੇ ਕਿ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ। ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ B.Ed ਔਰ UGT ਜਿਨ੍ਹਾਂ ਨੇ ਕੰਪਲੀਟ ਕੀਤੀ ਹੈ ਉਹ ਇਹਨੂੰ ਅਪਲਾਈ ਕਰ ਸਕਦੇ ਨੇ। ਜਿਨ੍ਹਾਂ ਨੇ B.Ed 2 ਸਾਲ ਵਾਲੀ ਜਿਹੜੀ ਹੈ 1 ਸਾਲ ਕੰਪਲੀਟ ਉਹਨਾਂ ਦਾ ਹੋ ਚੁੱਕਿਆ ਹੈ ਉਹ ਅਪਲਾਈ ਕਰ ਸਕਦਾ। ETT ਜਿਨ੍ਹਾਂ ਦੀ 2 ਸਾਲ ਦੀ ਹੈ ਉਹ 1 ਸਾਲ ਦਾ ETT ਦਾ ਆਪਣਾ ਕੋਰਸ ਕਰ ਚੁੱਕੇ ਨੇ ਉਹ ਇਹਨੂੰ ਅਪਲਾਈ ਕਰ ਸਕਦੇ ਨੇ। It is to be noted that if a candidate has been allowed to appear in the PTET, it does not imply that a candidate eligible has been verified। It does not vest any right with a candidate for appointment। ਤੁਹਾਡਾ ਫਾਰਮ ਭਰ ਲੈਣਾ, ਤੁਹਾਡਾ ਪੇਪਰ ਕਲੀਅਰ ਕਰਨਾ ਨਿਸ਼ਚਿਤ ਨਹੀਂ ਕਰਦਾ ਹੈ ਕਿ ਤੁਸੀਂ ਪੇਪਰ ਕਲੀਅਰ ਕਰ ਗਏ ਹੋ ਤਾਂ ਤੁਸੀਂ ਅਪਾਇੰਟਮੈਂਟ ਦੇ ਲਈ ਐਲੀਜੀਬਲ ਹੋ ਗਏ ਹੋ। The eligibility shall be finally verified by the concerned required agency appointing authority। ਤੁਹਾਡਾ ਫਾਰਮ ਜਿਹੜਾ ਫਿਲ ਕਰਨਾ ਜਿਹੜਾ ਹੈ ਉਹ ਏਜੰਸੀ ਵੱਲੋਂ ਡਿਸਾਈਡ ਹੋਏਗਾ ਕਿ ਤੁਸੀਂ ਹੁਣ ਪੇਪਰ ਦੇਣ ਦੇ ਲਾਇਕ ਹੋ ਚੁੱਕੇ ਹੋ ਜਾਂ ਨਹੀਂ। ਇਸੇ ਲਈ ਤੁਹਾਡੀ ਮੇਲ ਆਈਡੀ ਤੇ ਜਿਹੜਾ ਹੈ ਮੋਬਾਈਲ ਨੰਬਰ ਮੰਗਿਆ ਜਾਂਦਾ। ਕਿਸੇ ਤਰ੍ਹਾਂ ਦੀ ਕੋਈ ਵੀ
ਡਾਊਟ ਹੋਣ ਦੀ ਸਥਿਤੀ ਦੇ ਵਿੱਚ ਤੁਹਾਨੂੰ ਕਾਲ ਕੀਤੀ ਜਾ ਸਕੇ, ਤੁਹਾਨੂੰ ਮੈਸੇਜ ਕੀਤਾ ਜਾ ਸਕੇ। ਲੈਂਗੁਏਜ ਆਫ ਕੁਐਸਚਨ ਪੇਪਰ ਸ਼ੁੱਡ ਬੀ ਬਾਈਲਿੰਗੁਅਲ। 2 ਭਾਸ਼ਾ ਦੇ ਵਿੱਚ ਪੇਪਰ ਹੋਊਗਾ, ਇੱਕ ਪੰਜਾਬੀ ਹੋਊਗੀ ਨਾਲ ਇੱਕ ਇੰਗਲਿਸ਼ ਹੋਊਗੀ। ਇਸ ਗੱਲ ਦਾ ਆਪਾਂ ਨੇ ਧਿਆਨ ਰੱਖਣਾ ਹੈ। ਦਾ ਵੈਲਿਡਿਟੀ ਪੀਰੀਅਡ ਆਫ ਟੈਟ ਕੁਆਲੀਫਾਈਡ ਕੈਂਡੀਡੇਟ ਫਾਰ ਅਪਾਇੰਟਮੈਂਟ ਵਿਲ ਬੀ ਹੈਵ ਲਾਈਫ ਟਾਈਮ ਫॉर ਆਲ ਕੈਟਾਗਰੀਜ਼। ਜਿਹੜਾ ਪੇਪਰ ਤੁਸੀਂ ਇੱਕ ਵਾਰੀ ਕਲੀਅਰ ਕੀਤਾ ਤਾਂ ਉਹ ਲਾਈਫ ਟਾਈਮ ਤੁਹਾਡੇ ਲਈ ਵੈਲਿਡ ਹੋਏਗਾ। ਪਹਿਲਾਂ ਇਹ ਜਿਹੜਾ ਹੈ ਇਹਦੇ ਲਈ ਕੁਝ ਟਾਈਮ ਡਿਸਾਈਡਡ ਸੀ, 7 ਸਾਲ ਲਈ ਵੈਲਿਡ ਰਹੂਗਾ, 5 ਸਾਲ ਜਾਂ ਕਿਸੇ ਕੁਝ ਖਾਸ ਪੀਰੀਅਡ ਵਾਸਤੇ। ਪਰ ਪੰਜਾਬ ਦਾ ਜਿਹੜਾ ਟੈਟ ਹੈ ਇਹ ਤੁਹਾਡੇ ਲਈ ਲਾਈਫ ਟਾਈਮ ਦੇ ਲਈ ਤੁਹਾਨੂੰ ਐਲੀਜੀਬਲ ਕਰਦਾ ਹੈ ਕਿਸੇ ਵੀ ਟੀਚਰ ਪੋਸਟ ਦੇ ਅਪਲਾਈ ਕਰਨ ਦੇ ਲਈ। ਕੈਂਡੀਡੇਟ ਮਸਟ ਫਿਲ ਦਾ ਡਿਟੇਲਸ ਵੈਰੀ ਕੇਅਰਫੁਲੀ। ਤੁਹਾਨੂੰ ਆਪਣੀਆਂ ਜਿਹੜੀਆਂ ਡਿਟੇਲਸ ਨੇ ਉਹ ਬਹੁਤ ਧਿਆਨ ਨਾਲ ਭਰਨੀਆਂ ਪੈਣਗੀਆਂ। ਜੇ ਕਿਸੇ ਤਰ੍ਹਾਂ ਦੀ ਬਾਅਦ ਦੇ ਵਿੱਚ ਕੋਈ ਸਰਟੀਫਿਕੇਟ ਤੇ ਗਲਤੀ ਆਉਂਦੀ ਹੈ ਦੈਨ ਉਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ। ਇਫ ਐਨੀ ਡਿਟੇਲਸ ਆਰ ਫਾਊਂਡ ਇਨਕਰੈਕਟ ਕੈਂਡੀਡੇਟ ਸ਼ੈਲ ਬੀ ਡਿਸਕੁਆਲੀਫਾਈਡ। ਤੁਹਾਡੀ ਗਲਤ ਜਾਣਕਾਰੀ ਭਰਨਾ ਤੁਹਾਨੂੰ ਪੇਪਰ ਦੇਣ ਤੋਂ ਡਿਸਕੁਆਲੀਫਾਈ ਵੀ ਕਰ ਸਕਦਾ ਹੈ। ਇਸ ਲਈ ਤੁਸੀਂ ਬਹੁਤ ਹੀ ਧਿਆਨ ਨਾਲ ਆਪਣੀਆਂ ਸਾਰੀਆਂ ਜਾਣਕਾਰੀਆਂ, ਆਪਣਾ ਨੇਮ, ਆਪਣੀ ਜਨਮ ਤਰੀਕ, ਆਪਣੇ ਪਿਤਾ ਦਾ ਨਾਮ, ਮਾਤਾ ਦਾ ਨਾਮ, ਆਪਣੀ ਕੁਆਲੀਫਿਕੇਸ਼ਨ, ਤੁਹਾਡੇ ਕਿੰਨੇ ਨੰਬਰ ਆਏ ਨੇ, ਕਿਹੜੀ ਯੂਨੀਵਰਸਿਟੀ ਤੋਂ ਕੀਤੀ ਹੈ, ਉਹ ਸਾਰੀਆਂ ਡਿਟੇਲਾਂ ਬੜੀ ਧਿਆਨ ਨਾਲ ਭਰਨ ਵਾਲੀਆਂ ਹੁੰਦੀਆਂ ਨੇ ਤੇ ਉਹਨੂੰ ਬੜਾ ਹੀ ਧਿਆਨ ਨਾਲ ਭਰ ਕੇ ਇੱਕ ਵਾਰੀ ਤੁਸੀਂ ਚੈੱਕ ਜ਼ਰੂਰ ਕਰਨਾ ਹੈ। ਕਿਸੇ ਨਾਲ ਦੇ ਆਪਣੇ ਫੈਮਿਲੀ ਮੈਂਬਰ ਤੋਂ ਜਾਂ ਆਪਣੇ ਕਿਸੇ ਸਾਥੀ ਤੋਂ ਉਹਨੂੰ ਕ੍ਰੋਸ ਵੈਰੀਫਾਈ ਜ਼ਰੂਰ ਕਰਵਾ ਲਿਓ ਤਾਂ ਕਿ ਤੁਹਾਡੇ ਜਿਹੜਾ ਹੈ ਫਾਰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੁੱਟੀ ਨਾ ਰਹੇ। ਪੀਟੈਟ ਨਾਲ ਸੰਬੰਧਿਤ ਪੇਪਰ 1 ਤੇ 2 ਨਾਲ ਸੰਬੰਧਿਤ ਹੋਰ ਜਿਹੜੀਆਂ ਵੀਡੀਓਜ਼ ਨੇ ਦੇ ਲਈ ਤੁਸੀਂ ਸਾਡੇ ਇਸ YouTube ਚੈਨਲ ਦੇ ਨਾਲ ਜਿਹੜਾ ਹੈ ਜੁੜੇ ਰਹਿਣਾ ਹੈ। ਅਸੀਂ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਹੈ ਤੁਹਾਡੇ ਆਉਣ ਵਾਲੇ ਟੈਟ ਦੇ ਲਈ ਤੁਹਾਨੂੰ ਇੱਥੇ ਪੂਰਾ ਤੁਹਾਡਾ ਮਾਰਗਦਰਸ਼ਨ ਕਰਾਂਗੇ। ਤੁਹਾਨੂੰ ਜਿਹੜਾ ਹੈ ਇੱਕ ਪਲੈਨਡ ਤੇ ਜਿਹੜਾ ਹੈ ਇੱਕ ਸਿਸਟਮ ਦੇ ਵਿੱਚ ਤੁਹਾਨੂੰ ਅਸੀਂ ਇੱਥੇ ਮਟੀਰੀਅਲ ਪ੍ਰੋਵਾਈਡ ਕਰਾਵਾਂਗੇ ਜਿਹੜਾ ਕਿ ਬਿਨਾਂ ਕਿਸੇ ਕੋਰਸ ਦੇ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਏਗਾ। ਇਸ ਦੇ ਨਾਲ ਹੀ ਤੁਹਾਡੇ ਕਈ ਸੁਝਾਅ ਵੀ ਹੋਣਗੇ ਤਾਂ ਤੁਸੀਂ ਆਪਣੀ ਜਿਹੜੀ ਹੈ ਆਪਣੇ ਕਿਸੇ ਤਰ੍ਹਾਂ ਦੇ ਵੀ ਵਿਊਜ਼, ਆਪਣੇ ਸੁਝਾਅ ਸਾਡੇ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਹਨ ਤਾਂ ਜੋ ਅਸੀਂ ਉਹਨਾਂ ਤਰੁੱਟੀਆਂ ਨੂੰ, ਉਹਨਾਂ ਗਲਤੀਆਂ ਨੂੰ ਠੀਕ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦੇ ਰਹੀਏ। ਸਾਡੇ ਨਾਲ ਜੁੜੇ ਰਹੋ। ਸਾਡਾ ਐਜੂਕੇਸ਼ਨਲ ਚੈਨਲ ਜਿਹੜਾ ਹੈ ਮਾਸਟਰ ਕਲਾਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।